ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਗੱਲ ਕਰਦੇ ਹਾਂ ਨਾ ਦਾ ਇੰਪੋਰਟੈਂਸ ਆਫ ਇੰਗਲਿਸ਼ ਫॉर ਕੈਨੇਡੀਅਨ ਪੀਆਰ। ਸਾਡੇ ਕੋਲ ਬਹੁਤ ਇਨਕੁਆਇਰੀਜ਼ ਆਉਂਦੀਆਂ ਨੇ ਜਿਹਦੇ ਵਿੱਚ ਕਿ ਨਾ ਇਹ ਕਿਹਾ ਜਾਂਦਾ ਕਿ ਸਾਨੂੰ ਕਿਸੇ ਨੇ ਇਹ ਕਿਹਾ ਜੀ ਕਿ ਬਿਨਾਂ ਆਇਲਸ ਤੋਂ ਪੀਆਰ ਹੋ ਜੂਗੀ ਜੀ, ਜਾਂ ਬੈਕ ਹੋਮ ਲਾਈਕ ਜੇ ਅਸੀਂ ਗੱਲ ਕਰੀਏ ਇੰਡੀਅਨ ਕਮਿਊਨਿਟੀ, ਸਾਨੂੰ ਬਹੁਤ ਆਉਂਦਾ ਕਿ ਉੱਥੇ ਨਿਊਜ਼ਪੇਪਰ 'ਚ ਐਡਸ ਆਉਂਦੀਆਂ ਨੇ ਜੀ ਕਿ ਕੈਨੇਡਾ ਦੀ ਪੀਆਰ ਲਓ ਬਗੈਰ ਇੰਗਲਿਸ਼ ਤੋਂ, ਬਗੈਰ ਆਇਲਸ ਤੋਂ। ਅਤੇ ਮੈਂ ਉਸ ਚੀਜ਼ ਬਾਰੇ ਥੋੜ੍ਹੀ ਗੱਲ ਕਰਨਾ ਚਾਹੁੰਦਾ ਜੀ। ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਕਿ ਜੇ ਤੁਸੀਂ ਕੱਲ੍ਹ ਕੈਨੇਡਾ 'ਚ ਸੈਟਲ ਹੁੰਦੇ ਹੋ, ਤੁਹਾਨੂੰ ਇੱਥੇ ਦੀ ਲੋਕਲ ਲੈਂਗੁਏਜ ਇੰਗਲਿਸ਼ ਜਾਂ ਫਰੈਂਚ ਕੋਈ ਇੱਕ ਲੈਂਗੁਏਜ ਐਟਲੀਸਟ ਨਹੀਂ ਆਉਂਦੀ, ਤਾਂ ਤੁਸੀਂ ਇੱਥੇ ਕਿਵੇਂ ਸੈਟਲ ਹੋਵੋਗੇ? ਇਹਨੂੰ ਤੁਸੀਂ ਜੇ ਕੈਨੇਡੀਅਨ ਗਵਰਨਮੈਂਟ ਦੀ ਨਜ਼ਰ ਤੋਂ ਸੋਚੋ ਤਾਂ ਕੀ ਤੁਹਾਨੂੰ ਲੱਗਦਾ ਕਿ ਇੱਦਾਂ ਦਾ ਕੋਈ ਪ੍ਰੋਗਰਾਮ ਹੋਊਗਾ ਜਿਹਦੇ ਵਿੱਚ ਬਿਨਾਂ ਇੰਗਲਿਸ਼ ਤੋਂ ਜਾਂ ਬਿਨਾਂ ਫਰੈਂਚ ਜਾਂ ਦੋਵਾਂ 'ਚੋਂ ਕਿਸੇ ਇੱਕ ਲੈਂਗੁਏਜ ਦੀ ਨੌਲੇਜ ਤੋਂ ਬਿਨਾਂ ਤੁਹਾਨੂੰ ਪੀਆਰ ਮਿਲ ਸਕਦੀ ਹੈ? ਇਹ ਨਹੀਂ ਕਿ ਅਸੀਂ ਕਹਿੰਦੇ, ਜਾਂ ਗਵਰਨਮੈਂਟ ਇਹ ਨਹੀਂ ਕਹਿੰਦੀ ਕਿ ਤੁਹਾਡੀ ਜਿਹੜੀ ਲੈਂਗੁਏਜ ਦੀ ਪ੍ਰੋਫੀਸ਼ੀਐਂਸੀ ਹੈ ਉਹ ਬਹੁਤ ਜ਼ਿਆਦਾ ਹੋਵੇ, ਬਟ ਐਟਲੀਸਟ ਬੇਸਿਕ ਤੁਹਾਨੂੰ ਬੇਸਿਕ ਗੱਲਬਾਤ ਕਰਨ ਜੋਗੀ, ਵਿਹਾਰ ਜੋਗੀ, ਤਾਂ ਕਿ ਐਟਲੀਸਟ ਤੁਸੀਂ ਜੇ ਕਿਸੇ ਕੰਮ 'ਤੇ ਜਾਓ ਆਪਣੀ ਗੱਲ ਸਮਝਾ ਸਕੋ, ਕਿਸੇ ਦੀ ਸਮਝ ਸਕੋ। ਕੋਈ ਐਮਰਜੈਂਸੀ ਤੁਹਾਨੂੰ ਹੁੰਦੀ ਹੈ, ਤੁਸੀਂ ਐਮਰਜੈਂਸੀ ਕਾਲ ਕਰ ਸਕੋ, ਉਹਨਾਂ ਨੂੰ ਸਮਝਾ ਸਕੋ, ਰਾਈਟ? ਜਾਂ ਕਿਸੇ ਨੂੰ ਐਮਰਜੈਂਸੀ ਤੁਸੀਂ ਕਿਸੇ ਦੇ ਬਿਹਾਫ 'ਤੇ ਕਾਲ ਐਟਲੀਸਟ ਕਰ ਸਕੋ। ਤਾਂ ਇੰਨੀ ਕੁ ਇੰਗਲਿਸ਼ ਜਾਂ ਫਰੈਂਚ ਤਾਂ ਆਉਣੀ ਚਾਹੀਦੀ ਹੈ ਜਿਹੜੇ ਕਿ ਇੱਥੇ ਦੇ ਪੀਆਰ ਜਾਂ ਸਿਟੀਜ਼ਨ ਹੋਣ। ਦੇਖੋ ਜੀ, ਕੈਨੇਡਾ ਦੇ ਵਿੱਚ ਬਿਨਾਂ ਆਇਲਸ ਤੋਂ ਪੀਆਰ ਦਾ ਕੋਈ ਲੌਜਿਕ ਨਹੀਂ ਹੈਗਾ ਜੀ, ਕੋਈ ਪ੍ਰੋਗਰਾਮ ਨਹੀਂ ਹੈਗਾ। ਹਾਂਜੀ, 2-3 ਐਕਸੈਪਸ਼ਨਸ ਹੈਗੀਆਂ ਨੇ। ਫਸਟ ਆਫ ਆਲ, ਜਿਵੇਂ ਰਿਫਿਊਜੀ ਕਲੇਮੈਂਟਸ ਹੁੰਦੇ ਨੇ, ਜਦ ਤੁਸੀਂ ਕੈਨੇਡਾ ਦੇ ਵਿੱਚ ਕੋਈ ਰਿਫਿਊਜੀ ਕਲੇਮੈਂਟ ਉਹਨੂੰ ਪੀਆਰ ਇਸ਼ੂ ਹੁੰਦੀ ਹੈ, ਤਾਂ ਹੁਣ ਜਿਹੜਾ ਰਿਫਿਊਜੀ ਆਇਆ ਉਹਦੇ ਵੱਸ 'ਚ ਨਹੀਂ ਸੀਗਾ ਕਿ ਉਹਨੇ ਉੱਥੇ ਰਹਿਣਾ ਕਿ ਇੱਥੇ ਆਉਣਾ, ਅਤੇ ਉਹਨੂੰ ਪ੍ਰੋਬਲਮ ਸੀਗੀ, ਉਹਨਾਂ ਦੀ ਲਾਈਫ ਥ੍ਰੈਟਨਿੰਗ ਇਸ਼ੂ ਸੀਗੇ, ਤਾਂ ਉਹ ਕੈਨੇਡਾ 'ਚ ਆਏ ਆ ਅਤੇ ਕੈਨੇਡਾ ਨੇ ਤਰਸ ਖਾ ਕੇ ਉਹਨਾਂ ਨੂੰ ਪੀਆਰ ਦਿੱਤੀ ਹੈ। ਅਤੇ ਉਸ ਕੇਸ ਦੇ ਵਿੱਚ ਉਹਨਾਂ ਦੇ ਉੱਤੇ ਇਹ ਬਾਰ ਲਗਾਉਣਾ ਕਿ ਤੁਹਾਨੂੰ ਲੈਂਗੁਏਜ ਨਹੀਂ ਆਉਂਦੀ ਇਸ ਕਰਕੇ ਤੁਹਾਨੂੰ ਰਹਿਣ ਨਹੀਂ ਦੇਵਾਂਗੇ, ਇਹ ਹਿਊਮੈਨੀਟੇਰੀਅਨ ਗਰਾਊਂਡਸ 'ਤੇ ਗਲਤ ਹੋਏਗਾ ਜੀ। ਅਤੇ ਉਸ ਕੇਸ ਦੇ ਵਿੱਚ ਆਇਲਸ ਦੀ ਜਾਂ ਫਰੈਂਚ ਦੀ ਬਹੁਤ ਜ਼ਿਆਦਾ ਰਿਕੁਆਇਰਮੈਂਟ ਨਹੀਂ ਹੁੰਦੀ ਜੀ। ਸੈਕੰਡਲੀ, ਜੇ ਤੁਸੀਂ ਕੈਨੇਡਾ ਚਾਹੁੰਦੇ ਹੋ ਅਤੇ ਤੁਸੀਂ ਕਿਸੇ ਕੈਨੇਡੀਅਨ ਪੀਆਰ ਸਿਟੀਜ਼ਨ ਨਾਲ ਮੈਰਿਡ ਹੋ, ਕਿਉਂਕਿ ਉਸ ਕੇਸ 'ਚ ਇਹ ਹੁੰਦਾ ਕਿ ਮੈਂ ਜੇ ਕਿਸੇ ਨਾਲ ਵਿਆਹ ਕਰਾਇਆ ਤਾਂ ਮੈਂ ਇਹ ਦੇਖ ਕੇ ਨਹੀਂ ਕਰਾਇਆ ਜੀ ਕਿ ਉਹਨੂੰ ਇੰਗਲਿਸ਼ ਆਉਂਦੀ ਹੈ ਕਿ ਫਰੈਂਚ ਨਹੀਂ ਆਉਂਦੀ, ਅਤੇ ਕੱਲ੍ਹ ਨੂੰ ਜੇ ਮੈਂ ਉਹਦਾ ਪਾਰਟਨਰ ਇੱਥੇ ਹੈਗਾ ਤਾਂ ਮੈਂ ਉਹਨੂੰ ਹੈਲਪ ਕਰਾਂਗਾ ਇੱਥੇ ਸਸਟੇਨ ਕਰਨ ਲਈ, ਰਾਈਟ? ਉਸ ਕੇਸ ਦੇ ਵਿੱਚ ਗਵਰਨਮੈਂਟ ਵੱਲੋਂ ਇਹ ਐਕਸੈਪਸ਼ਨ ਮਿਲਦੀ ਹੈ ਜੀ। ਤੀਜਾ ਇੱਕ ਸਿਨੈਰੀਓ ਹੁੰਦਾ ਜੀ ਜਿਹਦੇ ਵਿੱਚ ਜਿਹੜੇ ਸੈਲਫ ਇੰਪਲੋਇਡ ਆਰਟਿਸਟ ਕੈਟੇਗਰੀ ਹੁੰਦੀ ਹੈ ਨਾ ਜੀ, ਆਰਟਿਸਟ ਹੋ ਗਏ, ਐਥਲੀਟਸ ਹੋ ਗਏ, ਉਸ ਕੇਸ ਦੇ ਵਿੱਚ ਹੁੰਦਾ ਕਿ ਤੁਸੀਂ ਇੱਥੇ ਆ ਕੇ ਸੈਟਲ ਹੋਣਾ। ਉਹਦੇ ਵਿੱਚ ਇਹ ਹੁੰਦਾ ਕਿ ਇੰਗਲਿਸ਼ ਰਿਕੁਆਇਰਮੈਂਟ ਬਿਲਕੁਲ ਹੈਗੀ ਹੈ ਜੀ, ਲੈਂਗੁਏਜ ਰਿਕੁਆਇਰਮੈਂਟ ਇਹ ਹੈਗੀ, ਉਹਦੇ ਵਿੱਚ ਤੁਹਾਨੂੰ ਲੈਂਗੁਏਜ ਟੈਸਟ ਨਹੀਂ ਦੇਣਾ ਪੈਂਦਾ। ਇਟਸ ਨਾਟ ਮੈਂਡੇਟਰੀ ਟੂ ਰਾਈਟ ਐਨ ਇੰਗਲਿਸ਼ ਟੈਸਟ ਔਰ ਅ ਫਰੈਂਚ ਟੈਸਟ ਦੇਅਰ, ਰਾਈਟ, ਟੂ ਸ਼ੋ ਯੋਰ ਸਕੋਰਸ ਔਰ ਸਮਥਿੰਗ। ਉਹਦੇ ਵਿੱਚ ਕੀ ਹੈ ਕਿ ਐਨੀ ਹਾਓ ਜਿਹੜਾ ਆਫਿਸਰ ਹੈ ਤੁਹਾਨੂੰ ਇੰਟਰਵਿਊ ਲਈ ਕਾਲ ਕਰਦੇ ਨੇ ਐਮਬੈਸੀ, ਠੀਕ ਹੈ? ਤੁਸੀਂ ਇੰਟਰਵਿਊ ਹੁੰਦੀ ਹੈ ਅਤੇ ਉਦੋਂ ਆਫ ਦਾ ਜੱਜ ਕਰਦਾ ਕਿ ਤੁਸੀਂ ਇੱਥੇ ਆ ਕੇ ਸਸਟੇਨ ਕਰ ਪਾਓਗੇ, ਆਪਣੇ ਸਟੈਬਲਿਸ਼ ਕਰ ਪਾਓਗੇ ਜਾਂ ਨਹੀਂ। ਤਾਂ ਬੇਸਿਕਲੀ ਲੈਂਗੁਏਜ ਰਿਕੁਆਇਰਮੈਂਟ ਉਹਦੇ ਵਿੱਚ ਵੀ ਹੈਗੀ ਹੈ ਜੀ। ਹਾਂ, ਇਹ ਹੈ ਕਿ ਤੁਸੀਂ ਆਇਲਸ ਟੈਸਟ ਨਹੀਂ ਦੇਣਾ, ਪਰ ਉਹਨਾਂ ਨੇ ਜੱਜ ਤਾਂ ਕਰਨਾ ਤੁਹਾਨੂੰ ਉਸ ਬਿਹਾਫ 'ਤੇ, ਰਾਈਟ ਜੀ? ਤਾਂ ਇਸ ਤੋਂ ਇਲਾਵਾ ਕੋਈ ਐਕਸੈਪਸ਼ਨ ਨਹੀਂ ਹੈਗੀ ਜੀ ਕਿ ਤੁਸੀਂ ਕੈਨੇਡਾ ਦੀ ਪੀਆਰ ਅਪਲਾਈ ਕਰੋ ਅਤੇ ਵਿਦਆਊਟ ਆਇਲਸ ਹੋ ਜਾਓ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ। ਹੁਣ ਜੇ ਆਪਾਂ ਗੱਲ ਕਰੀਏ ਇਨਵੈਸਟਮੈਂਟ ਪ੍ਰੋਗਰਾਮਸ ਦੇ ਵੀ, ਕੈਨੇਡਾ ਦਾ ਸਭ ਤੋਂ ਐਕਸਪੈਂਸਿਵ ਇਨਵੈਸਟਮੈਂਟ ਪ੍ਰੋਗਰਾਮ ਹੈਗਾ ਜੀ ਕਿਬਕ ਇਨਵੈਸਟਰਸ, ਰਾਈਟ? ਉਹਦੇ ਵਿੱਚ ਤੁਸੀਂ $1.2 ਮਿਲੀਅਨ ਇਨਵੈਸਟ ਕਰਦੇ ਹੋ 5 ਸਾਲ ਲਈ, ਰਾਈਟ? ਉਹਦੇ ਵਿੱਚ ਵੀ ਪੀਆਰ ਲੈਣ ਲਈ ਤੁਹਾਨੂੰ ਆਇਲਸ ਜਾਂ ਫਰੈਂਚ ਦੀ ਨੌਲੇਜ ਹੋਣੀ ਚਾਹੀਦੀ ਹੈ, ਤੁਹਾਨੂੰ ਟੈਸਟ ਲਿਖਣਾ ਪੈਂਦਾ ਜਿਹਦੇ ਨਾਲ ਪੀਆਰ ਨਹੀਂ ਹੁੰਦੀ। ਹੁਣ ਤੁਸੀਂ ਆਪ ਸੋਚ ਲਓ ਵੀ ਜੇ $1.2 ਮਿਲੀਅਨ ਇਨਵੈਸਟ ਕਰਨ ਤੋਂ ਬਾਅਦ ਵੀ ਤੁਹਾਨੂੰ ਪੀਆਰ ਲੈਣ ਲਈ ਆਪਣਾ ਲੈਂਗੁਏਜ ਟੈਸਟ ਲਿਖਣਾ ਪਊਗਾ, ਤਾਂ ਤੁਹਾਨੂੰ ਜੇ ਕੋਈ ਕਹਿੰਦਾ ਵੀ ਹਾਂਜੀ ਤੁਸੀਂ ਨੋਰਮਲ ਕਿਸੇ ਵਰਕ ਪਰਮਿਟ 'ਤੇ ਆ ਜਾਓ ਜੀ, ਜਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਇੱਥੇ ਆ ਕੇ ਬਿਨਾਂ ਇੰਗਲਿਸ਼ ਲੈਂਗੁਏਜ ਜਾਂ ਫਰੈਂਚ ਲੈਂਗੁਏਜ ਟੈਸਟ ਤੁਸੀਂ ਪੀਆਰ ਲੈ ਸਕਦੇ ਹੋ, ਤਾਂ ਸਰਾਸਰ ਝੂਠ ਬੋਲਿਆ ਜਾ ਰਿਹਾ ਜੀ। ਅਤੇ ਇੰਗਲਿਸ਼ ਟੈਸਟ ਸਿਰਫ ਆਇਲਸ ਹੀ ਨਹੀਂ ਹੁੰਦਾ ਜੀ, ਆਇਲਸ ਵੀ ਹੈਗਾ ਜੀ, ਸੈਲਪਿਪ ਵੀ ਹੈਗਾ ਜੀ, CAEL ਵੀ ਹੈਗਾ ਜੀ। ਇਹ ਕਈ ਟੈਸਟ ਨੇ, ਤੁਸੀਂ ਇਹਨਾਂ 'ਚੋਂ ਕਿਸੇ ਵੀ ਟੈਸਟ 'ਚ ਅਪੀਅਰ ਕਰ ਸਕਦੇ ਹੋ ਅਤੇ ਆਪਣੀ ਜਿਹੜੀ ਲੈਂਗੁਏਜ ਪ੍ਰੋਫੀਸ਼ੀਐਂਸੀ ਹੈ ਨਾ, ਜੋ ਕੈਨੇਡਾ ਮੰਗਦਾ ਕਿ ਬੇਸਿਕ ਰਿਕੁਆਇਰਮੈਂਟ ਇਹ ਹੋਣੀ ਚਾਹੀਦੀ ਹੈ, ਉਹਦੇ ਵਿੱਚ ਤੁਸੀਂ ਪੀਆਰ ਆਪਣੀ ਅਪਲਾਈ ਕਰ ਸਕਦੇ ਹੋ। ਬਟ ਬਿਨਾਂ ਇੰਗਲਿਸ਼ ਤੋਂ ਪੀਆਰ ਲੈਣਾ, ਸੌਰੀ, ਇਟਸ ਸਿੰਪਲੀ ਨਾਟ ਪੋਸੀਬਲ। ਜੇ ਤੁਹਾਨੂੰ ਕੋਈ ਇੱਦਾਂ ਕਹਿ ਰਿਹਾ ਤਾਂ ਬਿਲਕੁਲ ਤੁਹਾਨੂੰ ਝੂਠ ਕਰ ਰਿਹਾ, ਤੁਹਾਨੂੰ ਮਿਸਗਾਈਡ ਕਰ ਰਿਹਾ ਜੀ। ਧੰਨਵਾਦ।